ਨੀਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦਾਨੀਵਾਲ ਸਾਹਿਬ। ਨੀਲ ਜੀ, ਗੱਲ ਸਿੱਧੂ ਮੂਸੇ ਵਾਲੇ ਦੀ ਆ ਰਹੀ ਹੈ। ਬੜੀ ਹੈਰਾਨੀ ਹੁੰਦੀ ਹੈ ਕਿ ਜਿਸ ਢੰਗ ਦੇ ਨਾਲ ਸਰਕਾਰੀ ਅਸਲਾ ਕੱਲਾ ਸਿੱਧੂ ਮੂਸੇ ਵਾਲਾ ਨਹੀਂ ਵਰਤ ਰਿਹਾ, ਉਹਦੇ ਹੋਰ ਸਾਥੀ ਵੀ ਵਰਤ ਰਹੇ ਨੇ। ਕਿਸ ਢੰਗ ਦੇ ਨਾਲ ਕਰਫਿਊ ਦੇ ਵਿੱਚ ਅਯਾਸ਼ੀ ਕੀਤੀ ਜਾ ਰਹੀ ਹੈ। ਵੱਡੀਆਂ ਵੱਡੀਆਂ ਗੱਡੀਆਂ, ਵੱਡੇ ਵੱਡੇ ਕਾਕੇ ਪਹਿਲਾਂ ਲੱਧਾ ਕੋਠੀ ਜਾਂਦੇ ਨੇ, ਲੱਧਾ ਕੋਠੀ ਤੋਂ ਇੱਕ ਕਾਂਗਰਸੀ ਨੇਤਾ ਸੰਗਰੂਰ ਦਾ ਉਹਦੇ ਘਰੇ ਬਣਾਈ ਹੋਈ, ਉਹਦੇ ਫਾਰਮ ਹਾਊਸ ਤੇ ਬਣਾਈ ਹੋਈ ਰੇਂਜ ਦੇ ਉੱਤੇ ਜਾਂਦੇ ਨੇ। ਰੇਂਜ ਤੋਂ ਬਾਅਦ ਫਿਰ ਕਿਸੇ ਗਰੀਬ ਕਿਸਾਨ ਦੇ ਖੇਤ 'ਚ ਜਾਂਦੇ ਨੇ, ਖੇਤ 'ਚ ਉਹਨਾਂ ਨੂੰ ਭਜਾ ਦਿੱਤਾ ਜਾਂਦਾ। ਉੱਥੇ ਬੋਤਲਾਂ ਉਛਾਲ ਉਛਾਲ ਕੇ ਨਿਸ਼ਾਨੇ ਲਾਏ ਜਾਂਦੇ ਨੇ। ਅਸਾਲਟ ਰਾਈਫਲ ਭਾਵੇਂ ਉਹ 56 ਕੇ 47 ਹੈ, ਉਹਨੂੰ ਇੱਕ ਮਿੱਟੀ ਦੀ ਧੜ ਦਾ ਸ਼ੈਲਟਰ ਬਣਾ ਕੇ ਉੱਥੇ ਟਾਰਗੇਟ ਫਿਕਸ ਕਰਕੇ ਗੋਲੀਆਂ ਚਲਾਈਆਂ ਜਾਂਦੀਆਂ ਨੇ। ਅੰਨ੍ਹੇਵਾਹ ਗੋਲੀਆਂ, ਜਿਹੜੀ ਇੱਕ ਇੱਕ ਗੋਲੀ ਦਾ ਜਿਹੜਾ ਮੈਂ ਸਿੱਧੇ ਤੌਰ ਦੇ ਉੱਤੇ ਕਹਾਂ ਕਿ ਬਾਣੀਆਂ ਵਾਂਗੂ ਹਿਸਾਬ ਰੱਖਿਆ ਜਾਂਦਾ ਹੈ। ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, ਇਹਨਾਂ ਲੋਕਾਂ ਨੇ ਨਿੱਜੀ ਤੌਰ ਦੇ ਉੱਤੇ ਜਿਹੜੀਆਂ ਰੇਂਜ ਬਣਾਈਆਂ ਹੋਈਆਂ ਨੇ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਗੈਰ ਕਾਨੂੰਨੀ ਹੈ ਜਾਂ ਕਾਨੂੰਨੀ ਨੇ? ਦੇਖੋ ਦਾਨੀਵਾਲ ਸਾਹਿਬ, ਇੱਕ ਬਹੁਤ ਵੱਡਾ ਸਵਾਲ ਹੈ ਜਿਸ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਜੀ। ਇਹ ਤੁਸੀਂ ਆਪ ਜ਼ਿਕਰ ਕਰ ਰਹੇ ਹੋ ਕਿ 30 ਅਪ੍ਰੈਲ ਕੇ 1 ਮਈ ਦੀ ਘਟਨਾ ਹੈ ਇਹ, ਤੇ 3-4 ਦਿਨ ਪਹਿਲਾਂ ਇਹ ਲਾਈਮਲਾਈਟ 'ਚ ਆਈ ਹੈ ਤੇ ਉਦੋਂ ਤੋਂ ਇਸ ਤੇ ਰੌਲਾ ਪਿਆ ਤੇ ਕਾਰਵਾਈ ਹੋਈ ਹੈ ਤੇ ਬੜੀਆਂ ਫੋਕੀਆਂ ਜੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਜੀ। ਅੱਜ ਆਪਾਂ ਪਹਿਲਾਂ ਜ਼ਿਕਰ ਵੀ ਕੀਤਾ ਸੀ ਕਿ ਥੋੜਾ ਜਿਹਾ ਹੋਮਵਰਕ ਕਰਨ ਵਾਸਤੇ ਮੇਰੀ ਇੱਕ ਇੰਟਰਨੈਸ਼ਨਲ ਸ਼ੂਟਰ ਦੇ ਨਾਲ ਗੱਲ ਹੋਈ ਹੈ ਜੀ। ਆਪਾਂ ਉਹਨਾਂ ਦਾ ਨਾਂ ਬਿਹਤਰ ਨਹੀਂ ਹੈਗਾ ਇਸ ਤਰ੍ਹਾਂ ਦੇ ਕੰਟਰੋਵਰਸੀਅਲ ਜਿਹੜਾ ਇਸ਼ੂ ਦੇ ਉੱਤੇ ਆਪਾਂ ਨਾਂ ਲੈਣਾ, ਕਿਉਂਕਿ ਉਹਨਾਂ ਦਾ ਕੈਰੀਅਰ ਵੀ ਹੈ, ਸਾਰਾ ਕੁਝ ਹੈ। ਬਹੁਤ ਵੱਡਾ ਸਵਾਲ ਇਹ ਹੈ ਜੀ ਕਿ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ AK-47 ਵਰਤੀ ਜਾ ਰਹੀ ਹੈ, ਉਹ ਰੇਂਜ ਜਿਹੜੀ ਹੈਗੀ ਆ ਅਥੋਰਾਈਜ਼ਡ ਹੈਗੀ ਜਾਂ ਨਹੀਂ ਹੈਗੀ, ਜਾਂ ਉਹ ਬੰਦੇ ਕੋਲ ਲਾਇਸੈਂਸ ਹੈ ਸੀ ਜਾਂ ਨਹੀਂ ਸੀ, ਜਾਂ ਉਹਨਾਂ ਨੂੰ ਪ੍ਰਵਾਨਗੀ ਸੀ ਜਿਹੜੇ ਪੁਲਿਸ ਵਾਲੇ ਸੀ ਉਹਨੂੰ ਇਹ ਟ੍ਰੇਨਿੰਗ ਦੇਣ ਦੀ ਜਾਂ ਨਿਸ਼ਾਨੇ ਲਵਾਉਣ ਦੀ ਜਾਂ ਨਹੀਂ। ਇਹਨਾਂ ਤੋਂ ਵੱਡਾ ਸਵਾਲ ਕੀ ਹੈ ਜੀ, ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਸੇ ਵੀ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚ ਜੀ ਜਿਹੜੀ ਹੈ ਆਟੋਮੈਟਿਕ ਫਾਇਰ ਰਾਈਫਲ ਨਹੀਂ ਵਰਤੀ ਜਾਂਦੀ, ਕਦੇ ਨਹੀਂ ਵਰਤੀ ਜਾਂਦੀ, ਬਿਲਕੁਲ ਨਹੀਂ ਵਰਤੀ ਜਾਂਦੀ। ਇਹ ਇੰਟਰਨੈਸ਼ਨਲ ਕਾਨੂੰਨ ਹੈ। ਕਿਸੇ ਵੀ ਫਾਇਰਿੰਗ ਜਿਹੜੀ ਸ਼ੂਟਿੰਗ ਹੈ, ਨਿਸ਼ਾਨੇਬਾਜ਼ੀ ਦੀ ਸਿਖਲਾਈ ਹੈ, ਚਾਹੇ ਪ੍ਰਤੀਯੋਗਤਾ ਹੈ, ਚਾਹੇ ਕੋਈ ਵੱਡੇ 올림픽 ਲੈਵਲ ਦਾ ਵੀ ਕੋਈ ਭਾਵੇਂ ਇਹਦੇ 'ਚ ਪ੍ਰਤੀਸਪਰਧਾ ਹੈ, ਤਾਂ ਉੱਥੇ ਕਦੇ ਵੀ ਆਟੋਮੈਟਿਕ ਫਾਇਰ ਰਾਈਫਲ ਨਹੀਂ ਵਰਤੀ ਜਾਂਦੀ। ਸਿਰਫ ਤੇ ਸਿਰਫ ਜੇਕਰ ਰੈਪਿਡ ਫਾਇਰ ਪਿਸਟਲ ਵਰਤਣ ਦੀ ਵੀ ਕਿਤੇ ਨਾ ਕਿਤੇ ਪਰਮਿਸ਼ਨ ਹੈ, ਤਾਂ ਉਹ ਵੀ ਸਿਰਫ 25 ਮੀਟਰ ਰੇਂਜ ਦੇ ਵਿੱਚ 32 ਬੋਰ, ਸਿਰਫ ਜਿਹਦੇ ਨਾਲ ਮੈਗਜ਼ੀਨ ਨਹੀਂ ਲੱਗਾ ਹੋਏਗਾ। ਸੋ ਪਹਿਲੀ ਸਭ ਤੋਂ ਵੱਡੀ ਗੱਲ ਤਾਂ ਇਹ ਇੰਟਰਨੈਸ਼ਨਲ ਮਾਮਲਾ ਹੈ ਜੀ। ਇੰਟਰਨੈਸ਼ਨਲ ਜਿਹੜੇ ਰਾਈਫਲ ਸ਼ੂਟਿੰਗ ਦੇ ਜਿਹੜੇ ਸਿਧਾਂਤ ਨੇ ਜਾਂ ਜਿਹੜੇ ਲਾਅ ਨੇ, ਨੋਰਮਸ ਨੇ, ਉਹਨਾਂ ਦੀ ਗ੍ਰੋਸ ਵਾਇਓਲੇਸ਼ਨ ਹੈ। ਉਹਨਾਂ ਦੀ ਇਸ ਲੈਵਲ ਦੀ ਵਾਇਓਲੇਸ਼ਨ ਹੈ ਕਿ ਜਿਹੜੀ ਕਿਸੇ ਵੀ ਤਰ੍ਹਾਂ ਘਾਤਕ ਸਿੱਧ ਹੋ ਸਕਦੀ ਸੀ। ਕਿਉਂਕਿ ਆਪਾਂ ਪ੍ਰੈਕਟੀਕਲ ਤੌਰ ਦੇ ਉੱਤੇ ਸੋਚੀਏ, ਜੇਕਰ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਨਿਯਮ ਬਣਾਉਣ ਦੀ ਲੋੜ ਪਈ ਸੀ ਕਿ ਆਟੋਮੈਟਿਕ ਫਾਇਰ ਰਾਈਫਲ ਜਿਹੜੀ ਕਿ AK-47 ਆਟੋਮੈਟਿਕ ਰਾਈਫਲ ਹੈ, ਆਟੋਮੈਟਿਕ ਗਨ ਹੈ ਜਿਹੜੀ, ਇਹ ਇਸ ਤਰ੍ਹਾਂ ਹੀ ਜਿਹੜੀ ਹੈਗੀ ਹੈ 0.9mm ਜਿਹੜੀ ਹੈਗੀ ਹੈ, ਉਹ ਵੀ ਜਿਹੜੀ ਹੈਗੀ ਆ ਆਟੋਮੈਟਿਕ ਚ ਆਉਂਦੀ ਹੈ। ਸੋ ਇਹ ਜਿਹੜੀਆਂ ਹੈਗੀਆਂ ਨੇ, ਇਹ ਇਸ ਕਰਕੇ ਸੀ ਕਿ ਜਦੋਂ ਕੋਈ ਬੰਦਾ ਕਿਸੇ ਸਪੋਰਟਸ ਵਿੱਚ ਹਿੱਸਾ ਲੈ ਰਿਹਾ ਇਹਨਾਂ ਦੀ ਵਰਤੋਂ ਕਰਦੇ ਹੋਏ, ਨਿਸ਼ਾਨੇਬਾਜ਼ੀ 'ਚ, ਸ਼ੂਟਿੰਗ 'ਚ, ਤਾਂ ਉਹ ਕਿਸੇ ਲਈ ਘਾਤਕ ਸਾਬਤ ਨਾ ਹੋ ਸਕੇ, ਚਾਹੇ ਉਹਦੇ 'ਚ ਡੰਮੀ ਗੋਲੀਆਂ ਹੀ ਹੁੰਦੀਆਂ ਨੇ, ਤਾਂ ਕਿ ਉਹਦੇ ਕੋਲ ਇੰਨਾ ਕੁ ਇਸ ਤਰੀਕੇ ਦਾ ਐਮੂਨੀਸ਼ਨ ਨਾ ਹੋਏ ਕਿ ਉਹ ਆਟੋਮੈਟਿਕਲੀ ਜਿਹੜਾ ਹੈਗਾ ਉਸ ਤੋਂ ਗਲਤੀ ਨਾਲ ਐਕਸੀਡੈਂਟ ਹੋ ਜਾਏ ਕੋਈ। ਇਹ ਬੇਸਿਕ ਪ੍ਰਿੰਸੀਪਲ ਹੈ। ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਉਲੰਘਣਾ ਹੋਈ ਹੈ, ਤੇ ਦੂਜੀ ਮੈਗਜ਼ੀਨ ਲੱਗਾ ਸਾਫ਼ ਨਜ਼ਰ ਆ ਰਿਹਾ, ਇੱਕ ਬੰਦਾ ਲਾਲ ਕੱਪੜੇ ਨਾਲ ਮੇਰੇ ਖਿਆਲ 'ਚ ਉਹ ਪੋਚ ਰਿਹਾ, ਜਿਹੜੇ ਆਪਣਾ ਰੌਂਦ ਬੋਚ ਰਿਹਾ, ਬਿਲਕੁਲ, ਤੇ ਆਟੋਮੈਟਿਕ ਰਾਈਫਲ ਹੈ, ਤੇ ਉਹ ਜਿਹੜੀ ਉਸਦੀ ਜਿਹੜੀ ਹੈਗੀ ਇੱਕ ਐਸਾ ਬੰਦਾ ਵਰਤੋਂ ਕਰ ਰਿਹਾ ਜਿਹਨੂੰ ਕੋਈ ਅਥਾਰਟੀ ਨਹੀਂ ਹੈਗੀ। ਨੰਬਰ 2, ਜਿਹੜੇ ਵੀ ਆਪਣੇ ਡੋਮੈਸਟਿਕ, ਤੁਹਾਡੇ ਕੋਲ ਵੀ ਸ਼ਾਇਦ ਲਾਇਸੈਂਸ ਹੋਏਗਾ ਗਨ ਦਾ, ਹੋਰ ਲੋਕਾਂ ਕੋਲ ਵੀ ਹੁੰਦਾ, ਆਮ ਲੋਕਾਂ ਨੂੰ ਪਤਾ ਹੈ। ਉਹਦੇ ਟੈਕਨੀਕਲੀ ਮੈਂ ਕਲੀਅਰ ਕਰ ਦਿੰਦਾ ਕਿ 2 ਕੈਟਾਗਰੀਆਂ ਹੁੰਦੀਆਂ ਨੇ ਜੀ, ਇੱਕ NPP, ਇੱਕ NPB ਤੇ ਇੱਕ PB। PB ਹੁੰਦੀ ਆ ਪ੍ਰੋਹਿਬਿਟਡ ਬੋਰ। ਪ੍ਰੋਹਿਬਿਟਡ ਬੋਰ ਨੇ ਆਟੋਮੈਟਿਕ ਰਾਈਫਲ ਸਾਰੀਆਂ 47, 9mm, ਇਹ ਸਾਰੀਆਂ ਪ੍ਰੋਹਿਬਿਟਡ ਬੋਰ ਚ ਆਉਂਦੀਆਂ ਨੇ। ਇਹਦਾ ਕਦੇ ਵੀ ਪ੍ਰਾਈਵੇਟ ਬੰਦੇ ਨੂੰ ਲਾਇਸੈਂਸ ਨਹੀਂ ਮਿਲਦਾ, ਸਿਵਾਏ ਕੋਈ ਐਕਸ ਆਰਮੀ ਹੋਏ, ਕਿਸੇ ਦੇ, ਜਿਵੇਂ ਬਿਆਨ ਸਿੰਘ ਦਾ ਪਰਿਵਾਰ ਹੋ ਗਿਆ, ਉਹ ਪਰਿਵਾਰ ਹੋਏ ਕਿ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਖਤਰਾ ਰਿਹਾ ਹੋਵੇ ਜਾਨ ਤੋਂ, ਉਹਨਾਂ ਨੂੰ ਵੀ ਹੋਮ ਮਿਨਿਸਟਰੀ ਦੀਆਂ ਸਪੈਸ਼ਲ ਪਰਮਿਸ਼ਨ ਦੇ ਤਹਿਤ ਜਾ ਕੇ
ਕਿਤੇ ਮਿਲਦੀ ਆ, ਅਦਰਵਾਈਜ਼ ਪ੍ਰੋਹਿਬਿਟਡ ਬੋਰ ਦਾ ਲਾਇਸੈਂਸ ਨਹੀਂ ਮਿਲਦਾ ਹੁੰਦਾ ਜੀ। ਮੰਨਿਆ ਕਿ ਸਿੱਧੂ ਮੂਸੇਵਾਲੇ ਕੋਲ ਅਸਲੇ ਦਾ ਲਾਇਸੈਂਸ ਹੋਊਗਾ, ਪਰ ਉਹ ਨਾਨ ਪ੍ਰੋਹਿਬਿਟਡ ਬੋਰ ਦਾ ਹੋਊਗਾ। ਜੀ ਜੀ। ਨਾਨ ਪ੍ਰੋਹਿਬਿਟਡ ਬੋਰ ਜਿਹੜੀ ਕਾਮਨਲੀ ਯੂਜ਼ਡ ਜਿਹੜੀ ਆ ਸਾਡੇ 12 ਬੋਰ 315 ਬੋਰ ਆ ਗਈਆਂ, 30 ਸਪਰਿੰਗਫੀਲਡ ਆ ਗਈ, ਇਹ ਆ ਗਈਆਂ ਬੰਦੂਕਾਂ ਤੇ ਰਾਈਫਲਾਂ ਤੇ। ਇਹ ਨਾਨ ਪ੍ਰੋਹਿਬਿਟਡ ਬੋਰ ਦੇ ਲਾਇਸੈਂਸ ਹਮੇਸ਼ਾ ਮਿਲਦੇ ਨੇ। ਜੇਕਰ ਉਸ ਕੋਲ ਹੋਏਗਾ ਵੀ ਤਾਂ ਉਹ NBP ਦਾ ਹੋਏਗਾ, ਨਾਨ ਪ੍ਰੋਹਿਬਿਟਡ ਬੋਰ ਦਾ ਹੋਏਗਾ, ਨਾ ਕਿ ਪ੍ਰੋਹਿਬਿਟਡ ਬੋਰ ਦਾ। ਉਹ ਪ੍ਰੋਹਿਬਿਟਡ ਬੋਰ ਯੂਜ਼ ਕਰ ਰਿਹਾ, ਉਹ ਬਹੁਤ ਵੱਡਾ ਗੁਨਾਹ ਕਰ ਰਿਹਾ ਇਹ ਕਰਕੇ ਜੀ। ਸੋ ਆਪਾਂ ਇਹ ਗੱਲ ਨਿਬੇੜ ਲਈ ਜੀ ਅਸਲੇ ਵਾਲੀ। ਹਾਂਜੀ ਹਾਂਜੀ। ਹੁਣ ਆਪਾਂ ਗੱਲ ਨਿਬੇੜਦੇ ਆ ਰੇਂਜ ਵਾਲੀ, ਜੇ ਕਿਸੇ ਨੇ ਸਿਖਲਾਈ ਕਰਨੀ ਹੈ, ਜੋ ਵੀ ਕਰਨੀ ਹੈ। ਤੁਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਤੁਹਾਡੀ ਟੀਮ ਨੇ ਕਾਫੀ ਵੱਡਾ ਕੰਮ ਕੀਤਾ, ਦੇਖਿਆ ਹੈ ਕਿ ਕਿਸ ਤਰ੍ਹਾਂ ਉਹ ਦੱਸ ਰਹੇ ਨੇ ਕਿ ਕੋਈ ਰੋਬਿਨ ਨਾਂ ਦੇ ਬੰਦੇ ਦਾ ਫਾਰਮ ਹਾਊਸ ਹੈ, ਉਹ ਅਕਸਰ ਆਂਦਾ ਰਹਿੰਦਾ ਹੈ, ਪੁਲਿਸ ਵਾਲੇ ਲੱਗੇ ਰਹਿੰਦੇ ਨੇ ਆਲੇ ਦੁਆਲੇ, ਉਹ ਕਿਸਾਨਾਂ ਨੂੰ ਵੀ ਉਹਨਾਂ ਦੇ ਖੇਤਾਂ 'ਚ ਨਹੀਂ ਵੜਨ ਦਿੰਦੇ ਹੈਗੇ ਉਹਨਾਂ ਦਿਨਾਂ ਦੇ ਵਿੱਚ। ਇਸ ਮਾਮਲੇ ਦੇ ਵਿੱਚ ਇੰਡੀਅਨ ਰਾਈਫਲ ਐਸੋਸੀਏਸ਼ਨ, ਜਿਹਦੇ ਚੇਅਰਪਰਸਨ ਅੱਜ ਕੱਲ੍ਹ ਮਹਾਰਾਜਾ ਅਮਰਿੰਦਰ ਸਿੰਘ ਦੇ ਬੇਟੇ ਰਣਿੰਦਰ ਸਿੰਘ ਨੇ, ਨੈਸ਼ਨਲ ਜਿਹੜੀ ਇੰਡੀਆ ਦੀ ਜਿਹੜੀ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਹੈ, ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਜਿਹੜੀ, ਤਾਂ ਉਹਦੇ ਵੀ ਜੇਕਰ ਕਿਸੇ ਨੇ ਰੇਂਜ ਬਣਾਣੀ ਹੋਏ ਤਾਂ ਬਕਾਇਦਾ DC ਤੋਂ ਪ੍ਰਵਾਨਗੀ ਹੁੰਦੀ ਹੈ, ਤੇ ਜਿਹੜੀ ਉਸਦੀ ਪੈਰਲਲ ਜਿਹੜੀ ਹੈਗੀ ਹੈ, ਜਿਹੜੀ ਤਸਦੀਕ ਹੈ, ਉਹ SP ਤੋਂ ਹੁੰਦੀ ਹੈ, SSP ਤੋਂ ਹੁੰਦੀ ਹੈ। ਹਾਂਜੀ ਹਾਂਜੀ। ਇਸ ਤੋਂ ਬਿਨਾਂ ਤੁਸੀਂ ਕਿਤੇ ਵੀ ਜਿਹੜਾ ਹੈਗਾ ਈਵਨ ਨਾਨ ਪ੍ਰੋਹਿਬਿਟਡ ਬੋਰ ਨਾਲ ਵੀ ਜਿਹੜੀ ਹੈਗੀ ਆ ਤੁਸੀਂ ਜਿਹੜੀ ਟ੍ਰੇਨਿੰਗ ਨਹੀਂ ਕਰ ਸਕਦੇ। ਜੀ ਜੀ। ਸੋ ਇਹ ਲੱਦਾ ਕੋਠੀ ਬਾਰੇ ਜਿਹਨਾਂ ਨਾਲ ਮੈਂ ਗੱਲ ਕੀਤੀ ਇੰਟਰਨੈਸ਼ਨਲ ਸ਼ੂਟਰ ਨਾਲ ਬਾਰੇ, ਉਹ ਇਸ ਬਾਰੇ ਜਾਣਦੇ ਨੇ। ਉਹ ਕਹਿੰਦੇ ਨੇ ਕਿ ਸਿਰਫ ਕਈ ਵਾਰ ਕੀ ਹੁੰਦਾ ਹੈ ਕਿ ਆਰਮਡ ਫੋਰਸਿਸ ਜਾਂ CRPF ਇਹ ਜਦੋਂ ਆਪਣੇ ਕੰਟੇਨਮੈਂਟ ਦੇ ਅੰਦਰ ਜਿਹੜੀਆਂ ਹੈਗੀਆਂ ਨੇ ਟ੍ਰੇਨਿੰਗ ਕਰ ਰਹੇ ਹੁੰਦੇ ਨੇ, ਉੱਥੋਂ NCC ਕੈਡਟ ਜਾਂ ਕੋਈ ਨਵੇਂ ਰੰਗਰੂਟ ਜਿਹੜੇ ਹੁੰਦੇ ਨੇ, ਉਹਨਾਂ ਨੂੰ ਇਹ ਕਈ ਵਾਰ ਪ੍ਰੋਹਿਬਿਟਡ ਬੋਰ ਦੀ ਟ੍ਰੇਨਿੰਗ ਦੇ ਦਿੰਦੇ ਨੇ ਸਪੈਸ਼ਲ ਕੰਡੀਸ਼ਨਸ ਦੇ ਅੰਦਰ। ਦੇਖੋ NCC ਬਾਰੇ ਮੈਨੂੰ ਪੂਰਾ ਗਿਆਨ ਹੈ, ਮੈਂ NCC 'ਚ ਕੀਤਾ। NCC ਦੇ ਵਿੱਚ ਆਰਮੀ ਅਟੈਚਮੈਂਟ ਕੈਂਪ ਲੱਗਦਾ ਹੈ, ਉੱਥੇ ਹਰ ਤਰ੍ਹਾਂ ਦੇ ਅਸਲੇ ਦੀ ਟ੍ਰੇਨਿੰਗ ਵਿਦਨ ਆਰਮੀ ਪ੍ਰਮਾਈਸਿਸ ਦਿੱਤੀ ਜਾਂਦੀ ਹੈ। ਜਿਹੜੀ ਸਪੈਸੀਫਿਕ ਰੇਂਜ ਹੈ ਉਹਦੇ ਉੱਤੇ ਦਿੱਤੀ ਜਾਂਦੀ ਹੈ। ਜੇਕਰ ਰਾਕਟ ਲਾਂਚਰ ਦੀ ਪ੍ਰੈਕਟਿਸ ਕਰਾਉਣੀ ਹੈ ਤਾਂ ਰਾਕਟ ਲਾਂਚਰ ਦੀ ਰੇਂਜ ਤੇ ਲਿਜਾਇਆ ਜਾਂਦਾ ਹੈ। LMG ਕਰਾਉਣੀ ਹੈ, LMG ਤੇ ਜਾਇਆ ਜਾਂਦਾ। 7.62 ਬੋਲਟ ਐਕਸ਼ਨ ਤੇ ਉਦੋਂ ਕਰਾਉਂਦੇ ਸੀ, ਉਹ ਸਾਨੂੰ ਉਹ ਤੇ ਲੈ ਕੇ ਗਏ। ਮੋਟਰ ਫਾਇਰਿੰਗ ਕਰਾਈ ਗਈ, ਗ੍ਰਨੇਡ ਫਾਇਰ ਕਰਵਾਇਆ ਗਿਆ। ਸੋ ਐਵਰੀਥਿੰਗ ਜਿਹੜੀ ਉਹਨਾਂ ਨੇ NCC ਦੇ ਵਿੱਚ ਸਿਖਾਈ ਹੈ। ਪਰ ਮਸਲਾ ਤਾਂ ਦੇਖੋ ਇਹ ਚੀਜ਼ ਆ ਗਈ ਕਿ ਜਿਸ ਢੰਗ ਦੇ ਨਾਲ ਦੁਰਵਰਤੋਂ ਹੋ ਰਹੀ ਹੈ ਰੇਂਜਸ ਦੀ, ਕਿਉਂਕਿ ਕਈ ਤਾਂ ਮੈਨੂੰ ਇੰਜ ਲੱਗਦਾ ਕਿ ਸਾਰੀਆਂ ਨਜਾਇਜ਼ ਨੇ। ਕਿਹੜੀਆਂ ਕੰਪੀਟੀਸ਼ਨ ਦੀਆਂ ਉੱਥੇ ਸਕੀਟ, ਵੱਧ ਤੋਂ ਵੱਧ ਸਕੀਟ ਹੋਏਗੀ 12 ਬੋਰ ਦੀ, ਠੀਕ ਹੈ ਜੀ। ਸਕੀਟ ਜਿਹੜੀ ਹੈ, ਸਕੀਟ ਵੀ ਜਿਹੜਾ ਆਲਾ ਦੁਆਲਾ ਦੇਖਣਾ, ਜੇਕਰ ਉੱਥੋਂ ਅੱਧੇ ਕਿਲੋਮੀਟਰ ਤੇ ਇੱਕ ਘਰ ਹੈ, ਪਹਿਲੀ ਗੱਲ ਤਾਂ ਘਰਾਂ ਦੇ ਨੇੜੇ ਰੇਂਜ ਦੀ ਪਰਮਿਸ਼ਨ, ਓਪਨ ਏਅਰ ਰੇਂਜ ਦੀ ਪਰਮਿਸ਼ਨ ਤਾਂ ਦਿੱਤੀ ਨਹੀਂ ਜਾ ਸਕਦੀ ਜੀ। ਬਿਲਕੁਲ, ਇਹ ਵੀ ਇੱਕ ਆਪਣੇ ਆਪ 'ਚ ਗੱਲ ਹੈ। ਫਿਰ ਦੂਸਰੀ ਗੱਲ, ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ, ਦੂਜੀ ਵੀਡੀਓ ਆਉਂਦੀ ਹੈ, ਪਹਿਲੀ ਵੀਡੀਓ 'ਚ ਤਾਂ ਇਕੱਲਾ ਮੂਸੇ ਵਾਲਾ ਦਿਖਾਈ ਦੇ ਰਿਹਾ, ਦੂਜੀ ਵੀਡੀਓ 'ਚ ਇੱਕ ਕਾਲੇ ਕੱਪੜੇ ਪਾਏ ਹੋਏ ਨੇ ਮੁੰਡੇ ਨੇ, ਉਹ ਤਾਂ ਬੜੀ ਪ੍ਰੋਮਪਟਲੀ ਮੂਸੇ ਵਾਲੇ ਨੂੰ ਤਾਂ ਹਜੇ AK ਚਲਾਉਣੀ ਨਹੀਂ ਆਉਂਦੀ, ਉਹ ਮੁੰਡੇ ਨੂੰ ਤਾਂ ਪੂਰੀ ਚਲਾਉਣੀ ਆਉਂਦੀ ਹੈ। ਇਸੇ ਤਰ੍ਹਾਂ ਜਦੋਂ ਵੀਡੀਓ 'ਚ ਦੇਖਦੇ ਆ, ਲੱਦਾ ਕੋਠੀ ਦੇ ਵਿੱਚ ਆ ਮੂਸੇ ਵਾਲਾ ਡਰ ਕੇ ਪਿਸਤੌਲ ਉਵੇਂ ਚਲਾਉਂਦਾ, ਇੱਕ ਬੰਦੇ ਥਾੜ ਕਰਕੇ ਚਲਾ ਰਿਹਾ। ਸੋ ਧਰਾਵਾਂ ਬੜੀਆਂ ਛੋਟੀਆਂ ਲਾਈਆਂ ਗਈਆਂ ਨੇ। ਕਿਤੇ ਨਾ ਕਿਤੇ ਮੈਨੂੰ ਇੱਕ ਚੀਜ਼ ਨਜ਼ਰ ਆ ਰਹੀ ਹੈ ਆਪਣੇ ਨੀਲ ਜੀ, ਕਿ ਕਿਤੇ ਨਾ ਕਿਤੇ ਜਿਹੜੀਆਂ ਇਹ ਰੇਂਜਸ ਨੇ, ਇਹ ਸਿਆਸਤਦਾਨ ਲੋਕਾਂ ਦੀਆਂ ਨੇ। ਸਿਆਸਤਦਾਨ ਲੋਕਾਂ ਦੇ ਵੱਡੇ ਬੰਦਿਆਂ ਨਾਲ ਰਿਸ਼ਤੇ ਹੁੰਦੇ ਨੇ, ਤੇ ਪੁਲਿਸ ਵਾਲਿਆਂ ਨੂੰ ਵੀ, ਜਿਵੇਂ ਢਿੱਲੋਂ ਸਾਹਿਬ ਕੱਲ੍ਹ ਕਹਿੰਦੇ ਸੀਗੇ ਕਿ ਜਦੋਂ ਸਾਡੇ DGP ਸਾਹਿਬ ਨੇ ਉਹਦੇ ਫੋਟੋ ਪਾ ਲਈ, ਉਹਦਾ ਗਾਣਾ ਸ਼ੇਅਰ ਕਰਤਾ, ਤੇ ਕਈ ਪੁਲਿਸ ਵਾਲਿਆਂ ਨੂੰ ਆਏ ਹੋਣਾ ਵੀ ਸ਼ਾਇਦ ਸਿੱਧੂ ਮੂਸੇ ਵਾਲਾ ਹੀ ਸਾਨੂੰ ਕਿਤੇ ਮਲਾਈਦਾਰ ਨੌਕਰੀ ਤੇ ਲਵਾ ਦੂਗਾ, ਇਹਨੂੰ 4 ਫਾਇਰ ਕਰਨੇ ਹੀ ਸਿਖਾ ਦਿਓ। ਜੀ ਬਿਲਕੁਲ ਬਿਲਕੁਲ। ਜਿਹੜਾ ਲਾਈਮਲਾਈਟ ਵੀ ਇੱਕ ਜਿਹੜਾ ਅਟਰੈਕਟ ਕਰਦੀ ਹੈ ਕਿ ਕਿਸੇ ਦੇ ਰਿਸ਼ਤੇਦਾਰ ਦੇ ਵਿਆਹ 'ਚ ਆ ਜਾਊਗਾ ਫ੍ਰੀ 'ਚ, ਕਿਸੇ ਦੇ ਫੰਕਸ਼ਨ 'ਚ ਆ ਜਾਊਗਾ, ਜਾਂ ਫ੍ਰੀ 'ਚ ਆ ਜਾਊਗਾ, ਜਾਂ ਕੰਸੈਸ਼ਨਲ ਰੇਟ ਤੇ ਆ ਜਾਊਗਾ, ਜਿਵੇਂ ਕਰਕੇ ਸਿੰਗਰ ਦੀ ਚੜ੍ਹਾਈ ਹੈ। ਪਰ ਜਿਹੜੇ ਇਹਨਾਂ ਨੇ ਵਾਇਓਲੇਸ਼ਨਸ ਕੀਤੀਆਂ ਨੇ, ਬਹੁਤ ਗ੍ਰੋਸ ਵਾਇਓਲੇਸ਼ਨਸ ਨੇ ਜੀ। ਇਹਨਾਂ ਨੂੰ ਆਪਾਂ ਮੇਰੇ ਖਿਆਲ 'ਚ ਅਨਡਿਠ ਨਹੀਂ ਕੀਤਾ ਜਾ ਸਕਦਾ। ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਨੇ, ਮੇਰੇ ਖਿਆਲ 'ਚ, ਹਾਲਾਂਕਿ ਮੁੱਖ ਮੰਤਰੀ ਸਾਹਿਬ ਦੇ ਫਰਜ਼ੰਦ ਜਿਹੜੇ ਨੇ, ਉਹ ਇੰਡੀਅਨ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਜਿਹੜੇ ਮੁਖੀ ਨੇ ਇਸ ਵਕਤ ਹੈਡ ਕਰ ਰਹੇ ਨੇ ਬੋਡੀ ਨੂੰ, ਤਾਂ ਇਲੈਕਟਡ ਬੋਡੀ ਆ ਮੇਰੇ ਖਿਆਲ 'ਚ ਉਹ। ਤੇ ਹੁਣ ਪਤਾ ਨਹੀਂ ਕਿ ਉਹ ਇਨੀਸ਼ੀਏਟਿਵ ਲੈਣਗੇ ਕਿ ਨਹੀਂ ਲੈਣਗੇ, ਜਦ ਕਿ ਇਹਨਾਂ ਦਾ ਵੀ ਸਿਓ ਮੋਟੋ ਲੈਣਾ ਬਣਦਾ ਹੈ ਇਸ ਮਾਮਲੇ ਦੇ ਵਿੱਚ। ਤੇ ਖਾਸ ਕਰ ਜਦੋਂ ਇੰਟਰਨੈਸ਼ਨਲ ਨਾਰਮ ਨੇ ਕਿ ਆਟੋਮੈਟਿਕ ਜਿਹੜੀ ਹੈਗੀ ਆ ਫਾਇਰ ਆਰਮ ਜਿਹੜੀ ਹੈਗੀ ਆ, ਫਾਇਰ ਰਾਈਫਲ ਤੇ ਹੁੰਦੀ ਨਹੀਂ ਨਾ ਉਹਦੇ ਵਿੱਚ, ਸ਼ੂਟਿੰਗ ਦੇ ਵਿੱਚ ਗਨ ਹੁੰਦੀ ਹੈ। ਨਿਸ਼ਾਨੇਬਾਜ਼ੀ ਵਿੱਚ ਰਾਈਫਲ ਦਾ ਤਾਂ ਕੋਈ ਤੁਕ ਹੀ ਨਹੀਂ ਹੈਗਾ, ਗਨ ਹੈ ਜੀ, ਹਮੇਸ਼ਾ ਗਨ ਹੈ ਜਾਂ ਪਿਸਟਲ ਹੈ, ਬਸ ਗਨ ਹੈ। ਉਹਦੇ 'ਚ ਪਤਾ ਹੈ ਕਿ ਤੁਸੀਂ ਕਿੰਨੇ ਫਾਇਰ ਕਰਨੇ ਨੇ, ਉਹ ਪਹਿਲੀ ਤੈਅ ਤੁਹਾਡੇ। ਇਹ ਨਹੀਂ ਕਿ ਤੁਸੀਂ ਮਰਜ਼ੀ ਨਾਲ ਠਾਠਾ ਮਾਰੀ ਜਾਣੀਆਂ ਨੇ ਮੂੰਹ ਚੱਕ ਕੇ। 5 ਦਿੰਦੇ ਨੇ, 5 ਤੋਂ ਉੱਤੇ ਤਾਂ ਫਾਇਰ ਨਹੀਂ ਹੁੰਦਾ। ਹਾਂਜੀ, ਨਹੀਂ ਜਦੋਂ ਉਹਦੇ ਕੋਲ ਲੋਡ ਵੀ ਹੈ ਤਾਂ 2 ਹੀ ਨੇ ਨਾ ਉਹਦੇ ਕੋਲ, 2 ਹੀ ਮੈਕਸਿਮਮ। ਹਾਂਜੀ, ਜਦੋਂ
ਤਾਂ ਉਸ ਤੋਂ ਬਾਅਦ ਤਾਂ ਬੰਦਾ ਆਪਣੀ ਮਰਜ਼ੀ ਕਰ ਹੀ ਨਹੀਂ ਸਕਦਾ ਹੈਗਾ ਉਹਦੇ ਵਿੱਚ। ਹਾਂ ਹਾਂ। ਸੋ ਮੇਰੇ ਖਿਆਲ 'ਚ ਇਸ ਮਾਮਲੇ ਤੇ ਬਹੁਤ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੋ ਸਕਦਾ ਅੱਜ ਮੈਂ ਦੇਖ ਰਿਹਾ ਸੀਗਾ ਕਿ ਕਿਤਨਾ ਸਾਹਿਬ, ਸਰਬਜੀਤ ਸਿੰਘ ਵੇਰਕਾ ਹੋਰੀ ਤੇ HC ਅਰੋੜਾ ਹੋਰਾਂ ਨੇ ਜੀ ਇੱਕਦਮ ਆਪਾਂ ਆਖੀਏ ਕਿ ਇੰਨੇ ਵੱਡੇ ਜਿਹੜੇ ਨੇ, ਇੱਕ ਸਮਾਜ ਸੇਵੀ ਹੋ ਗਿਆ, 2 ਵਕੀਲ ਹੋ ਗਏ, ਉਹਨਾਂ ਕੰਨਿਓ ਕੰਸਰਨਡ ਮੈਜਿਸਟ੍ਰੇਟਸ ਨੂੰ ਚਿੱਠੀਆਂ ਲਿਖ ਦਿੱਤੀਆਂ ਗਈਆਂ ਨੇ, DGP ਨੂੰ ਚਿੱਠੀਆਂ ਲਿਖ ਦਿੱਤੀਆਂ ਗਈਆਂ ਨੇ। ਮੀਡੀਆ ਵੀ ਇਸ ਗੱਲ ਦਾ ਕਹਿ ਰਿਹਾ ਕਿ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਐਂਗਰ ਹੈ, ਗੁੱਸਾ ਹੈ ਕਿ ਸਿੱਧੂ ਮੂਸੇਵਾਲੇ ਤੇ ਲਾਈਟ ਚਾਰजेस ਲਾਏ ਗਏ ਨੇ। ਇਹ ਹਾਈ ਕੋਰਟ 'ਚ ਜਾਏਗਾ ਮਾਮਲਾ, ਜੋ ਮੈਨੂੰ ਸਮਝ ਆ ਰਹੀ ਹੈ ਇਸ ਦੀ। ਤੇ ਜਿਹੜੀਆਂ ਇਹਨਾਂ ਨੇ ਰਿਪਰੈਜ਼ੈਂਟੇਸ਼ਨਸ ਮੈਜਿਸਟ੍ਰੇਟ ਪੱਧਰ ਦੇ ਉੱਤੇ ਜਾਂ ਹੇਠਲੇ ਪੱਧਰ ਤੇ ਦਿੱਤੀਆਂ ਨੇ, ਉਹ ਸਿਰਫ ਇਸੇ ਖਾਨਾ ਪੂਰਤੀ ਵਾਸਤੇ ਦਿੱਤੀਆਂ ਨੇ, ਕਿਉਂਕਿ ਜੇ ਕਾਰਵਾਈ ਹੋਣੀ ਹੁੰਦੀ ਤਾਂ ਪਹਿਲਾਂ ਹੀ ਹੋ ਜਾਂਦੀ। ਇਸ ਕਰਕੇ ਦਿੱਤੀਆਂ ਨੇ ਵੀ ਕੱਲ ਨੂੰ ਇਹ ਨਾ ਕਹਿਣ ਵੀ ਸਾਨੂੰ ਦਰਖਾਸਤ ਨਹੀਂ ਆਈ। ਹਾਂ, ਕਿਉਂਕਿ ਹਾਈ ਕੋਰਟ ਦੀ ਪਹਿਲਾਂ ਹੀ ਕੁਐਸਚਨ ਇਹ ਹੁੰਦਾ ਕਿ ਤੁਸੀਂ ਕੰਸਰਨਡ ਅਥਾਰਟੀ ਕੋਲ ਗਏ ਹੋ, ਉੱਥੇ ਤੁਹਾਨੂੰ ਗ੍ਰੀਵੈਂਸ ਜਿਹੜੀ ਤੁਸੀਂ ਲੈ ਕੇ ਗਏ ਹੋ, ਉੱਥੇ ਤੁਹਾਨੂੰ ਜਿਹੜੀ ਹੈਗੀ ਹੈ ਰਾਹਤ ਮਿਲੀ ਹੈ ਕਿ ਨਹੀਂ ਮਿਲੀ ਹੈ, ਜਵਾਬ ਦਿਓ ਪਹਿਲਾਂ। ਸੋ ਇਹ ਤਾਂ ਖੈਰ ਉਸ ਚੀਜ਼ ਦੀ ਖਾਨਾ ਪੂਰਤੀ ਹੋ ਰਹੀ ਹੈ। ਚਲੋ ਚੰਗੀ ਗੱਲ ਹੈ, ਸਿਆਣੇ ਵਕੀਲ ਨੇ, ਸਮਾਜ ਸੇਵੀ ਵੀ ਸਿਆਣੇ ਨੇ ਸਾਰੇ, ਇਹ ਲੰਘੇ ਹੋਏ ਨੇ ਇਹਨਾਂ ਚੀਜ਼ਾਂ ਚੋਂ। ਤੇ ਇਹਨਾਂ ਦੀ ਹੀ ਸਭ ਤੋਂ ਪਹਿਲਾ ਸਿਹਰਾ ਮੇਰੇ ਖਿਆਲ 'ਚ ਰੇਡੀਓ ਪੰਜਾਬ ਟੂਡੇ ਨੂੰ ਜਾਂਦਾ ਤੇ ਹੋਰ ਬਾਕੀ ਸੋਸ਼ਲ ਮੀਡੀਆ ਦੇ ਸੱਜਣਾਂ ਨੂੰ ਜਾਂਦਾ, ਕਿਉਂਕਿ ਨਹੀਂ ਤਾਂ ਜਿਹੜਾ ਨੈਸ਼ਨਲ ਮੀਡੀਆ ਜਾਂ ਹੋਰ ਮੇਨ ਸਟ੍ਰੀਮ ਮੀਡੀਆ ਹੈ, ਉਹ ਕਿੰਨਾ ਕੁ ਸਪੇਸ ਦਿੰਦਾ ਏਦਾਂ ਦੀਆਂ ਚੀਜ਼ਾਂ ਨੂੰ, ਲੋਕਾਂ ਦੀ ਜਾਨ ਨੂੰ ਖਤਰੇ 'ਚ ਪਈਆਂ ਚੀਜ਼ਾਂ ਨੂੰ, ਉਹਦਾ ਆਪਾਂ ਨੂੰ ਪਤਾ ਹੀ ਹੈ। ਸੋ ਇੱਥੋਂ ਗੱਲ ਸ਼ੁਰੂ ਹੋਈ ਹੈ। ਮੇਰੇ ਖਿਆਲ 'ਚ ਇਹਨੂੰ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿੱਥੋਂ ਤੱਕ ਅਸੀਂ ਵੀ ਲੜ ਸਕੇ ਜ਼ਰੂਰ, ਜਿਹੜਾ ਕਿਉਂਕਿ ਇਹ ਆਮ ਬੰਦੇ ਦੀ ਜਾਨ ਮਾਲ ਦੀ ਰਾਖੀ ਨਾਲ ਸੰਬੰਧਿਤ ਹੈ ਜੀ ਕਾਕਾ। ਨਾਲੇ ਆਮ ਬੰਦੇ ਦੀ ਜਾਨ ਮਾਲ, ਦੂਜੀ ਕਾਕਾਗਿਰੀ, ਪੁਲਿਸ ਦੇ ਵਿੱਚ ਬੜੀਆਂ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ। ਪੁਲਿਸ ਵਾਲੇ ਕਹਿੰਦੇ ਕਿ ਪੁਲਿਸ 'ਚ ਆਹ ਕੁਝ ਵੀ ਹੋ ਰਿਹਾ, ਇਹ ਆਪ ਹੈਰਾਨ ਨੇ ਕਿ ਬਦਲੀ। ਪੁਲਿਸ ਵਾਲੇ ਕਹਿੰਦੇ ਕਿ ਨੌਕਰੀ ਕਿੱਥੋਂ ਲੈ ਰਿਹਾ ਬੰਦਾ, ਤਨਖਾਹ ਕਿੱਥੋਂ ਲੈ ਰਿਹਾ, ਕੰਮ ਕਿਤੇ ਕਰ ਰਿਹਾ, ਗੋਲੀਆਂ ਕਿਵੇਂ ਪੂਰੀਆਂ ਕਰ ਰਿਹਾ, ਕਹਿੰਦੇ ਸਾਨੂੰ ਇਹ ਨਹੀਂ ਸਮਝ ਆਉਂਦੀ। ਦੇਖੋ ਜੀ ਬਿਲਕੁਲ। ਸੋ ਇਹ ਕੋਈ ਪਹਿਲੀ ਘਟਨਾ ਨਹੀਂ, ਆਪਾਂ ਪਹਿਲੀ ਨਹੀਂ, ਇਹ ਤਾਂ ਬੜੀ ਤਕੜੀ ਘਟਨਾਵਾਂ ਹੋਣਗੀਆਂ। ਤਾਂ ਸਾਹਮਣੇ ਆ ਗਈ, ਵੀਡੀਓ ਬਣ ਗਈ, ਤਾਂ ਪਹਿਲਾਂ ਵੀ ਟ੍ਰੈਂਡ ਚੱਲਦਾ ਹੀ ਹੋਊਗਾ। ਫਿਰ ਤੁਸੀਂ ਮੋਹਾਲੀ ਦੇ ਵਿੱਚ ਦੇਖੋ ਜੀ, ਇੱਕ DSP ਜਿਹੜਾ ਹੈਗਾ, ਉਹਦਾ ਆਪਣੀ ਪਤਨੀ ਨਾਲ ਝਗੜਾ ਹੁੰਦਾ ਤਾਂ ਉਹ ਇੱਕ ਨਾਨ ਲਾਇਸੈਂਸਡ ਜਿਹੜੀ ਹਥਿਆਰ ਤੋਂ ਜਿਹੜਾ ਹੈਗਾ ਉਹਦੇ ਉੱਤੇ ਗੋਲੀ ਚਲਾਉਂਦਾ ਤੇ ਮੁੜ ਕੇ ਅੱਜ ਕੱਲ ਸਸਪੈਂਡ ਵੀ ਹੈ ਤੇ ਅੰਦਰ ਵੀ ਹੋ ਗਿਆ ਸੀ ਉਹ। ਤੇ ਮੁੜ ਕੇ ਉਹ ਪਤਨੀ ਨੇ ਜਿਹੜੀ ਹੈਗੀ ਉਹ ਗਨ ਜਿਹੜੀ ਪੁਲਿਸ ਕੋਲ ਪੇਸ਼ ਕਰਤੀ ਜਾ ਕੇ। ਤਾਂ ਦੇਖਿਆ ਜਾਏ ਤਾਂ ਉਹ CIA ਇੰਚਾਰਜ ਵੀ ਰਿਹਾ ਹੈਗਾ ਤੇ ਬੋਡੀ ਬਿਲਡਰ ਵੀ ਹੈ ਉਹ। ਖੈਰ, ਪਰ ਉਹਦੇ ਜਿਹੜਾ ਇਹ ਪਹਿਲੂ ਹੈ ਕਿ ਇਹਨਾਂ ਕੋਲ ਇੱਕ ਹਥਿਆਰ ਐਸਾ ਵੀ ਹੁੰਦਾ ਹੈ ਕਿ ਜਿਹਦਾ ਕੋਈ ਖਾਤਾ ਨਹੀਂ ਹੁੰਦਾ ਹੈਗਾ। ਇਹ ਚੀਜ਼ ਬੜੀ ਹੈਰਾਨ ਹੈ ਕਿ ਪੁਲਿਸ ਕੋਲੇ ਹਜੇ ਵੀ ਕਹਿੰਦੇ ਆ ਕਿ ਇੰਨੇ ਹਥਿਆਰ ਪੁਰਾਣੇ ਪਏ ਕਿ ਜਿਨ੍ਹਾਂ ਦਾ ਕੋਈ ਖਾਤਾ ਹੀ ਨਹੀਂ ਹੈਗਾ। ਇਹ ਬਹੁਤ ਖਤਰਨਾਕ ਗੱਲ ਹੈ ਜੀ। ਜਿਸ ਤਰ੍ਹਾਂ ਆਪਾਂ ਸੋਚ ਰਹੇ ਹਾਂ ਕਿ ਜਿਹੜੀ ਆਪਾਂ ਗੱਲ ਕਰ ਲਈਏ ਜਾਂ ਕਹਿ ਦਈਏ ਕਿ ਜਿਹੜੇ ਪਿੱਛੇ ਗੈਂਗਸਟਰ ਫੜੇ ਨੇ, ਮਾਰੇ ਗਏ ਨੇ, ਜਿਹੜੇ ਉਹਨਾਂ ਕੋਲ ਆਲਾ ਤਰੀਨ ਜਿਹੜੇ ਹਥਿਆਰ ਹੁੰਦੇ ਸੀ, ਤਾਂ ਕਈ ਸ਼ੌਕ ਦਾਖਲ ਮੈਨੂੰ ਲੱਗਦਾ ਰੱਖ ਹੀ ਲਏ ਜਾਂਦੇ ਹੋਣਗੇ। ਤਾਂ ਇੱਥੋਂ ਦਾ ਇਹੀ ਜਿਹੜਾ ਹੈਗਾ ਨਤੀਜਾ ਨਿਕਲਦਾ ਜੀ। ਕਿਉਂਕਿ ਆਪਾਂ ਚਲੋ ਗੱਲ ਸਿੱਧੀ ਨਾ ਕਰਕੇ ਜੇ ਜਿੱਦਾਂ ਦੀ ਡਿਸਕਸ਼ਨ ਤਾਂ ਬਣਦੀ ਹੈ ਨਾ। ਦੇਖੋ ਅਸੀਂ ਸਪੈਕੂਲੇਟ ਤਾਂ ਕਰ ਸਕਦੇ ਹਾਂ, ਅਸੀਂ ਪੱਤਰਕਾਰ ਹਾਂ, ਅਸੀਂ ਆਪਣੀਆਂ ਕਿਆਸ ਰਾਈਆਂ ਵੀ ਲਾ ਸਕਦੇ ਹਾਂ ਕਿ ਇਹਨਾਂ ਦੇ ਜਿਹੜੇ ਗੈਂਗਸਟਰ ਆ, ਇਹਨਾਂ ਕੋਲੇ ਵੀ ਅਸਾਲਟਾਂ ਕਿੱਥੋਂ ਪਹੁੰਚ ਗਏ, ਇਹਨਾਂ ਕੋਲੇ ਵੀ 32 ਬੋਰ ਕਿੱਥੋਂ ਪਹੁੰਚ ਗਏ। ਇਹ ਵੀ ਤਾਂ ਆਪਣੇ ਆਪ 'ਚ ਗੱਲਾਂ ਨੇ। ਚਲੋ 9mm ਵੀ ਪਹੁੰਚ ਗਏ ਇਹਨਾਂ ਕੋਲੇ। ਬਿਲਕੁਲ ਪ੍ਰੋਹਿਬਿਟਡ ਬੋਰ ਸਾਰੇ ਇਹਨਾਂ ਕੋਲ, ਪ੍ਰੋਹਿਬਿਟਡ ਬੋਰ ਨਿਕਲੇ ਨੇ ਸਾਰੇ ਇਹਨਾਂ ਕੋਲ ਜੀ। ਭਾਵੇਂ ਵਿੱਕੀ ਗੌਂਡਰ ਦੀ ਗੱਲ ਕਰ ਲਈਏ ਤਾਂ ਜਿੰਨਾ ਨਿਕਲਿਆ ਉਹਦੇ ਕੋਲ ਪ੍ਰੋਹਿਬਿਟਡ ਬੋਰ ਨਿਕਲਿਆ। ਉਹਦੇ ਕੋਲ ਤਾਂ ਇਹ ਵੀ ਪਤਾ ਲੱਗਿਆ ਕਿ ਜਰਮਨ ਦੇ ਕੁਝ ਐਸੇ ਹਥਿਆਰ ਵੀ ਸੀਗੇ ਜਿਨ੍ਹਾਂ ਦਾ ਸ਼ਾਇਦ ਕੋਈ ਪਤਾ ਹੀ ਨਹੀਂ ਲੱਗਿਆ ਮੁੜ ਕੇ। ਸੋ ਇਹ ਬੜਾ ਵੱਡਾ ਜਾਂਚ ਦਾ ਵਿਸ਼ਾ ਹੈ ਮੇਰੇ ਖਿਆਲ 'ਚ। ਬੜੇ ਸੰਜੀਦਾ ਨੇ ਪੰਜਾਬ ਦੇ ਪੁਲਿਸ ਮੁਖੀ ਸਾਹਿਬ, ਮੇਰੇ ਖਿਆਲ 'ਚ ਨਾਨ ਕੰਟਰੋਵਰਸ਼ਲ ਰਹੇ ਨੇ ਹੁਣ ਤੱਕ ਇਸ ਮਾਮਲੇ ਨੂੰ ਲੈ ਕੇ। ਤੇ ਇੰਟੈਲੀਜੈਂਸ ਤੋਂ ਸੈਂਟਰ 'ਚੋਂ ਆਏ ਨੇ ਇਹ ਕੰਮ ਕਰਦੇ ਹੋਏ। ਤੇ ਇਹਨਾਂ ਤੋਂ ਉਮੀਦ ਕਰ ਸਕਦੇ ਹਾਂ ਕਿ ਆਪਾਂ ਇਹ ਜ਼ਰੂਰ ਜਿਹੜਾ ਹੈਗਾ ਇਸ ਮਾਮਲੇ ਨੂੰ ਲੈ ਕੇ ਜ਼ਰੂਰ ਕਿਸੇ ਤਣ ਪੱਤਣ ਦਾਣਗੇ। ਤੇ ਦੂਜੀ ਗੱਲ ਮੈਂ ਇਸ ਚੀਜ਼ 'ਚ ਇੱਕ ਹੋਰ ਇਜ਼ਾਫਾ ਕਰਨਾ ਚਾਹਾਂਗਾ ਜੀ। ਕਿਉਂਕਿ ਆਪਾਂ ਦੇਖੋ ਜਦੋਂ ਲੋਕਡਾਊਨ ਹੋਇਆ ਉਸ ਤੋਂ ਪਹਿਲਾਂ ਤੱਕ ਪੰਜਾਬ ਜਿਹੜਾ ਪੁਲਿਸ ਵਿਭਾਗ ਹੈ ਪੰਜਾਬ ਦਾ, ਉਹ ਖਾਨਾ ਜੰਗੀ ਦਾ ਸ਼ਿਕਾਰ ਸੀ ਬਹੁਤ ਬੁਰੀ ਤਰ੍ਹਾਂ। ਈਵਨ DGP ਸਾਹਿਬ ਨੂੰ DGP ਮੰਨਣ ਨੂੰ ਜਿਹੜੇ ਹੈਗੇ ਨੇ ਇਹਨਾਂ ਦੇ 2 ਸੀਨੀਅਰ ਨੇਤਾ ਤਿਆਰ ਨਹੀਂ ਸੀਗੇ, ਅਫਸਰ ਤਿਆਰ ਨਹੀਂ ਸੀਗੇ, ਚਟੋਪਾਧਿਆਏ ਸਾਹਿਬ ਤੇ ਮੁਸਤਫਾ ਸਾਹਿਬ। ਹਾਂਜੀ। ਤੇ ਉਹਨਾਂ ਦਾ ਪਹਿਲਾਂ ਕੈਟ ਦੇ ਵਿੱਚ ਇਹਨਾਂ ਦੀ ਨਿਯੁਕਤੀ ਰੱਦ ਹੋਣ ਦਾ ਫੈਸਲਾ ਆਇਆ, ਮੁੜ ਕੇ ਹਾਈ ਕੋਰਟ 'ਚ ਗਏ, ਸਟੇ ਲੱਗੀ ਤੇ ਮੁੜ ਕੇ ਸੁਪਰੀਮ ਕੋਰਟ ਗਏ, ਉੱਥੋਂ ਵਾਪਸੀ ਹੋਈ ਤੇ ਮੁੜ ਕੇ ਹਾਈ ਕੋਰਟ ਦੇ ਵਿੱਚ ਦੁਬਾਰਾ ਕੇਸ ਦੀ ਸੁਣਵਾਈ ਤਿਆਰੀ ਤੇ ਸੀਗੀ। ਤੇ ਲਗਭਗ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜਾ ਉਹਨਾਂ ਦੀ ਨਿਯੁਕਤੀ ਰੱਦ ਕਰਨ ਦਾ ਆਰਡਰ ਸ਼ਾਇਦ ਬਹਾਲ ਨਾ ਹੋ ਜਾਏ ਕਿਤੇ।
ਤੋਂ ਬੜੀ ਤਕੜੀ ਖਾਨਾ ਜੰਗੀ ਪੰਜਾਬ ਪੁਲਿਸ ਦੇ ਅੰਦਰ ਸੀ। ਇਸੇ ਤਰ੍ਹਾਂ ਮੋਗੇ ਦੇ ਜਿਹੜਾ ਇੱਕ ਪੁਲਿਸ ਇੰਸਪੈਕਟਰ ਹੈਗਾ ਜਿਹੜਾ ਮੁੜ ਕੇ ਬਰਖਾਸਤ ਕਰ ਦਿੱਤਾ ਗਿਆ, ਉਹਦੇ ਤੋਂ ਡਰੱਗ ਫੜਨ ਦਾ ਮਾਮਲਾ, ਉਸ ਮਾਮਲੇ ਨੂੰ ਲੈ ਕੇ ਵੀ ਜਿਹੜੀ ਆਪਸੀ ਅਫਸਰਾਂ ਦੀ ਜਿਹੜੀ ਹੈਗੀ ਖੜਕਦੀ ਆ ਰਹੀ ਸੀ ਡਰੱਗ ਦੀ ਰਿਕਵਰੀ ਨੂੰ ਲੈ ਕੇ। ਤੋਂ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਇੱਕ ਵਾਰ ਮੁੱਖ ਮੰਤਰੀ ਨੂੰ ਝਿੜਕਣਾ ਪਿਆ ਸੀ ਸਾਰੇ ਅਫਸਰਾਂ ਨੂੰ ਬਿਠਾ ਕੇ, ਜਦੋਂ ਇਹ ਹਾਈ ਕੋਰਟ ਚਲੇ ਗਏ ਸੀ ਤੇ ਇੱਕ ਦੂਜੇ ਵਿਰੁੱਧ ਐਫੀਡੇਵਿਟ ਦੇ ਆਏ ਸੀ ਜਾ ਕੇ ਵੱਡੇ ਪੱਧਰ ਦੇ ਉੱਤੇ। ਸੋ ਪੰਜਾਬ ਪੁਲਿਸ ਖਾਨਾ ਜੰਗੀ ਦਾ ਸ਼ਿਕਾਰ ਸੀ ਤੇ ਇਸੇ ਦੌਰਾਨ ਮੈਂ ਵੀ ਹਰਜੀਤ ਸਿੰਘ ਮੁਹਿੰਮ ਚੱਲੀ ਹੈ ਤੇ ਕੋਹਲੀ ਜਿਹੜਾ ACP ਸੀ ਉਹਦੇ ਮੁੰਡੇ ਨੂੰ ਨੌਕਰੀ ਦੇਣ ਦੀ ਗੱਲ ਚੱਲ ਪਈ, 50 ਲੱਖ ਰੁਪਏ ਦੇਣ ਦੀ ਗੱਲ ਚੱਲ ਪਈ। ਹਰਜੀਤ ਸਿੰਘ ਦੇ ਮੁੰਡੇ ਨੂੰ ਭਰਤੀ ਕਰ ਲਿਆ, ਬੈਂਡ ਬਾਜੇ ਵੱਜ ਗਏ। ਸੋ ਇਹ ਤੋਂ ਇੱਕ ਅੰਦਾਜ਼ਾ ਇਹ ਵੀ ਲਾਇਆ ਜਾ ਸਕ ਰਿਹਾ ਹੈ ਕਿ DGP ਸਾਹਿਬ ਜਿਹੜਾ ਹੈਗਾ ਇਸ ਚੀਜ਼ ਨੂੰ ਇਸ ਤਰ੍ਹਾਂ ਆਪਣੀ ਜਿਹੜੀ ਹੈਗੀ ਹੈ ਫੋਰਸ ਦੇ ਅੰਦਰ ਆਪਣੀ ਭੱਲ ਬਣਾਉਣ ਲਈ ਵੀ ਜਿਹੜਾ ਹੈਗਾ ਯਤਨਸ਼ੀਲ ਨੇ। ਪਰ ਗੱਲ ਇਹ ਨਾ ਦੇਖੋ, ਹਰਜੀਤ ਸਿੰਘ ਵਾਲੇ ਮਾਮਲੇ ਦੇ ਉੱਤੇ ਤਾਂ ਹੁਣ ਆਵਾਜ਼ਾਂ ਉੱਠਣ ਲੱਗ ਪਈਆਂ ਨੇ, ਕਿਉਂਕਿ ਜਿਹੜੇ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਨੇ ਉੱਥੇ ਸਟਰਗਲ ਕੀਤੀ ਹੈ, ਉਹਨਾਂ ਨੂੰ ਅੱਖੋਂ ਪਰੋਖੇ ਕਰਤਾ, ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ। ਇਹ ਵੀ ਇੱਕ ਗੱਲ ਸਾਹਮਣੇ ਆ ਗਈ। ਹੁਣ ਉਹ ਵੀ ਚੀਜ਼ਾਂ ਉੱਠਣ ਲੱਗ ਪਈਆਂ ਕਿ ਸ਼ਾਇਦ ਹਰਜੀਤ ਸਿੰਘ ਵਾਲਾ ਮਾਮਲਾ ਹਾਈ ਕੋਰਟ 'ਚ ਨਾ ਪਹੁੰਚ ਜੇ। ਮੈਂ ਉਹੀ ਗੱਲ ਕਰ ਰਿਹਾ ਨਾ ਜੀ ਕਿ ਜਿਹੜੀ ਖਾਨਾ ਜੰਗੀ ਸੀ ਉਸ ਦਾ ਜਿਹੜਾ ਹੈਗਾ ਉਸ ਨੂੰ ਖਤਮ ਮੰਨਿਆ ਜਾ ਰਿਹਾ, ਕਿਉਂਕਿ ਤੁਸੀਂ ਦੇਖੋ ਇਸ ਵਕਤ ਜਾਂ ਤਾਂ ਸਿਰਫ ਕਿਸੇ ਵੀ ਜਦੋਂ ਵੀ ਪੁਲਿਸ ਦੀ ਕਾਰਵਾਈ ਹੁੰਦੀ ਹੈ DGP ਸਾਹਿਬ ਦਾ ਨਾਮ ਆਉਂਦਾ ਜਾਂ ਫਿਰ ਕੰਸਰਨਡ SP ਦਾ ਨਾਮ ਆਉਂਦਾ, SSP ਦਾ ਨਾਮ ਆਉਂਦਾ, ਕਿਉਂਕਿ ਐਪੀਡੈਮਿਕ ਡਿਜ਼ੀਜ਼ ਐਕਟ ਤੇ ਜਿਹੜਾ ਹੈਗਾ ਦੂਜਾ ਡਿਜ਼ਾਸਟਰ ਮੈਨੇਜਮੈਂਟ ਐਕਟ ਲੱਗਿਆ ਹੋਇਆ, ਜਿਸ ਕਰਕੇ ਲੋਕ ਸੇਵਕ ਜਿਹੜਾ ਮੌਕੇ ਦਾ IAS ਤੇ IPS ਹੈ ਉਹਦੇ ਹੁਕਮ ਜਿਹੜੇ ਬਹੁਤ ਜ਼ਰੂਰੀ ਹੁੰਦੇ ਨੇ। ਇਸ ਕਰਕੇ ਮੇਰੇ ਖਿਆਲ 'ਚ ਉਸ ਮਜਬੂਰੀ 'ਚ ਉਹਦਾ ਨਾਂ ਲੈਣਾ ਪੈਂਦਾ ਹਰ ਵਾਰ ਇਹਨਾਂ ਨੂੰ, ਕੰਸਰਨਡ ਜ਼ਿਲ੍ਹੇ ਦੇ SSP ਜਾਂ DC ਦਾ। ਅਦਰਵਾਈਜ਼ ਤਾਂ DGP ਰੈਂਕ ਦੇ ਬਾਕੀ ਜਿੰਨੇ 18-19 ਅਫਸਰ ਨੇ ਕੋਈ ਕਿਤੇ ਦਿਖਾਈ ਦੇ ਰਿਹਾ ਪਿਛਲੇ 1.5 ਮਹੀਨੇ ਤੋਂ? ਕਿਤੇ ਕੋਈ ਕੁਝ ਵੀ ਨਹੀਂ ਆ ਰਿਹਾ, ਨਾ ਕੋਈ ਰਿਕਵਰੀ, ਨਾ ਕੋਈ ਹੋਰ, ਨਾ ਕਿਸੇ AIG ਦਾ ਨਾਮ ਆ ਰਿਹਾ, ਕਿਸੇ IG ਦਾ ਨਾਮ ਆ ਰਿਹਾ, ਕਿਤੇ ਕੋਈ। ਇਹਦਾ ਮਤਲਬ ਕਿ ਬਾਕੀ ਪੁਲਿਸ ਕੰਮ ਹੀ ਨਹੀਂ ਕਰ ਰਹੀ ਕਿਤੇ। ਇਹੀ ਤਾਂ ਇੱਕ ਚੀਜ਼ ਆ ਵੇਖਣ ਵਾਲੀ। ਸੋ ਇਹ ਬੇਸਿਕਲੀ ਉਹ ਖਾਨਾ ਜੰਗੀ ਦੇ ਉੱਤੇ ਪਰਦਾ ਪਾਉਣ ਨੂੰ ਤੇ ਇੱਕ ਯੂਟਿਲਾਈਜ਼ ਕੀਤਾ ਜਾ ਰਿਹਾ ਸਮੇਂ ਨੂੰ। ਚਲੋ ਆਪਾਂ ਕਹਿੰਦੇ ਆ ਕਿ ਲੋਕ ਪੱਖੀ ਫੈਸਲੇ ਲੈਂਦੇ ਹੋਏ ਜਿਹੜਾ ਫੈਸਲਾ ਜਿਹੜੀ ਮੇਰੇ ਖਿਆਲ 'ਚ ਇਸ ਮਾਮਲੇ ਦੇ ਵਿੱਚ FIR ਜਿਹੜੀ ਸ਼ਾਮ ਤੱਕ ਹੋ ਗਈ ਵੀਡੀਓ ਨਸ਼ਰ ਹੋਣ ਤੋਂ, ਇਹ ਵੀ ਸ਼ਾਇਦ ਇਸੇ ਪੜਾਅ 'ਚ ਹੀ ਹੋਈ ਸੀ ਕਿ ਸ਼ਾਇਦ DGP ਸਾਹਿਬ ਨੂੰ ਜਿਹੜਾ ਸਵਿਫਟ ਐਕਸ਼ਨ ਲੈਣ ਦਾ ਜਿਹੜਾ ਹੈਗਾ ਦਿਖਾ ਕੇ ਜਿਹੜਾ ਉਹਨਾਂ ਨੂੰ ਸੀ ਕਿ ਜਿੱਦਾਂ ਉਹਨਾਂ ਦੀ ਵਾਹਵਾ ਚੱਲ ਰਹੀ ਹੈ ਤੇ ਉਹ ਸ਼ਾਇਦ ਇਸ ਨੂੰ ਕੰਟੀਨਿਊ ਰੱਖ ਸਕਣ। ਪਰ ਕਮਜ਼ੋਰ ਧਾਰਾਵਾਂ ਲਾ ਕੇ ਜਿਹੜਾ ਹੈਗਾ ਇਸ ਮਾਮਲੇ ਦੀ ਪੋਲ ਖੁੱਲ ਗਈ ਹੈ। ਸੋ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਨਹੀਂ ਚੱਲਣਾ ਹੈਗਾ, ਕਿਉਂਕਿ ਹੁਣ ਮੀਡੀਆ ਬਹੁਤ ਚੁਕੰਨਾ ਹੋ ਚੁੱਕਾ। ਪੰਜਾਬ ਦੇ ਮੀਡੀਆ ਦੀ ਵੀ ਉਹ ਹਾਲਾਤ ਵੀ ਇਹ ਜੀ ਵੀ ਜੋ ਕਹਿਤਾ ਜੀ ਸੁਣ ਲਿਆ ਤੇ ਛਾਪਤਾ। ਉਹ ਇਹ ਵੀ ਗੱਲ ਹੈ ਕਿ ਆਜ਼ਾਦੀ ਜਿਹੜੀ ਥੋੜੀ ਜਿਹੀ ਮਿਲੀ ਆ ਉਹ ਕੇਬਲ ਨੈਟਵਰਕ ਤੋਂ ਹੁਣ ਲਾਂਭੇ ਹੋ ਕੇ ਮਿਲੀ ਆ, ਨਹੀਂ ਤਾਂ ਜੇ ਉੱਥੇ ਹੁੰਦਾ ਤਾਂ ਟੂਟੀਆਂ ਕੱਸ ਦਿੱਤੀਆਂ ਜਾਣੀਆਂ ਚਾਹੀਦੀਆਂ। ਫਿਰ ਤਾਂ ਸ਼ਾਇਦ ਵੀਡੀਓ ਵੀ ਨਹੀਂ ਆਉਣੀ ਸੀ ਜੀ, ਇਹ ਸ਼ਾਇਦ ਸਿੱਧੂ ਮੂਸੇਵਾਲੇ ਦੇ ਘਰੇ ਪਹੁੰਚ ਜਾਣੀ ਸੀ ਵੀਡੀਓ ਜੀ, ਦੱਸੋ ਜੀ ਆ ਕਿੰਨੇ ਪ੍ਰੋਗਰਾਮ ਲਾਉਂਦੇ ਹੋ ਫ੍ਰੀ 'ਚ। ਇਹ ਵੀ ਗੱਲ ਸਿਆਣੀ ਆ। ਪਰ ਦੇਖੋ ਹੈਰਾਨੀ ਦੀ ਗੱਲ ਦੇਖੋ ਕਿ ਸਿੱਧੂ ਮੂਸੇਵਾਲੇ ਨੂੰ ਜਿੱਥੇ ਮਾਨਸਾ ਪੁਲਿਸ ਨੇ ਪਰਚਾ ਦਰਜ ਕੀਤਾ, ਉਹਨਾਂ ਨੇ ਮੂੰਹ ਨਹੀਂ ਲਾਇਆ। ਹੋਰ ਜ਼ਿਲ੍ਹਿਆਂ ਦੇ ਵਿੱਚ SSPਆਂ ਕੋਲੇ ਜਾ ਰਿਹਾ, ਲੀਡਰ ਉਹਦੇ ਨਾਲ ਤਸਵੀਰਾਂ ਖਿਚਵਾ ਰਹੇ ਨੇ, ਕੁਝ ਕਾਂਗਰਸੀ ਨੇਤਾ ਜਿਹੜੇ ਨੇ ਉਹਨਾਂ ਨਾਲ ਤਸਵੀਰਾਂ ਆ ਰਹੀਆਂ ਨੇ, ਕਿਵੇਂ ਉਹਨੂੰ ਸ਼ੂਟ ਕਰਵਾ ਰਹੇ ਨੇ 12 ਬੋਰ ਦੀ ਰਾਈਫਲ ਨਾਲ ਜਾ ਕੇ। ਕੀ ਕਹਿੰਦੇ ਇੱਕ ਤਰ੍ਹਾਂ ਨਾਲ ਇਹਨਾਂ ਨੇ ਤਾਂ ਪਿਕਨਿਕ ਮਨਾ ਰੱਖੀ ਹੈ ਇਕਾਂਤਵਾਸ ਦੇ ਵਿੱਚ। ਇਹ ਵੱਡੇ ਕਾਕਿਆਂ ਦੀਆਂ ਵੀ ਗੱਲਾਂ ਬੜੀਆਂ ਸਾਹਮਣੇ ਆ ਰਹੀਆਂ, ਜੇ ਖੁੱਲ ਜਾਣ ਤਾਂ ਇਕਾਂਤਵਾਸ ਦੇ ਵਿੱਚ ਅਯਾਸ਼ੀ ਕਿਸ ਢੰਗ ਨਾਲ ਹੋਈ ਹੈ। ਬਿਲਕੁਲ ਜੀ, ਅਯਾਸ਼ੀ ਕਿਤੇ ਪੰਜਾਬ ਦੇ ਕਿਸੇ ਗਰੀਬ ਗੁਰਬੇ ਨੂੰ ਮਹਿੰਗੀ ਨਾ ਪੈ ਜੇ, ਕਿਸੇ ਦੀ ਪੱਕੀ ਕਣਕ ਨਾ ਸੜ ਜੇ, ਕਿਸੇ ਦਾ ਵਿਚਾਰੇ ਦਾ ਕੱਚਾ ਕੋਠਾ ਨਾ ਢਹਿ ਜੇ ਇਹਨਾਂ ਦੀ AK-47 ਦੀਆਂ ਆਟੋਮੈਟਿਕ ਰਾਈਫਲ ਦੀਆਂ ਗੋਲੀਆਂ ਨਾਲ। ਇਸ ਤੋਂ ਪਹਿਲਾਂ ਮੇਰੇ ਖਿਆਲ 'ਚ ਵੱਡਾ ਐਕਸ਼ਨ ਲੈ ਲੈਣਾ ਚਾਹੀਦਾ ਹੈ, ਭਾਵੇਂ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਨੂੰ ਵਿੱਚ ਸ਼ਾਮਲ ਕਰਨ, ਭਾਵੇਂ ਕਿਸੇ ਤਰ੍ਹਾਂ ਵੀ ਕਰਨ। ਨਹੀਂ ਤਾਂ ਜਿਸ ਤਰ੍ਹਾਂ ਮੈਂ ਇੰਟਰਨੈਸ਼ਨਲ ਕਾਨੂੰਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਦੀ ਵਜ੍ਹਾ ਹੋਈ ਹੈ, ਮੇਰੇ ਖਿਆਲ 'ਚ ਜਿਹੜਾ ਹੈਗਾ ਇੰਟਰਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਪੱਧਰ ਦੇ ਉੱਤੇ ਕਹਿ ਲਓ, ਜ਼ਰੂਰ ਮੇਰੇ ਖਿਆਲ 'ਚ ਇਹਦਾ ਸਹਿਯੋਗ ਵਟੋ ਲੈਣਾ ਬਣਦਾ ਹੈ ਕਿ ਜਿਹੜੀ ਉਹਨਾਂ ਦਾ ਸਿਰਫ ਇੰਨਾ ਕੁ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਲੋਕਲ ਸਟੈਂਡ ਹੀ ਬਣਦਾ ਹੈ ਕਿ ਰਾਈਫਲ ਐਸੋਸੀਏਸ਼ਨ ਵਾਲਿਆਂ ਦਾ, ਕਿ ਜਿਹੜੀ ਸ਼ੂਟਿੰਗ ਹੈ ਜਿਹੜੀ ਉਹ ਆਟੋਮੈਟਿਕ ਰਾਈਫਲ ਨਾਲ ਕਿਵੇਂ ਕਰਨ ਦਿੱਤੀ ਹੈ। ਉਹ ਬਾਕੀ ਦਾ ਕਾਨੂੰਨ ਦੀ ਗੱਲ ਹੈ, CRPC ਦੀ ਧਾਰਾ ਲੱਗਣੀਆਂ ਨੇ, ਅਸਲਾ ਲੱਗਣਾ ਪੰਜਾਬ ਪੁਲਿਸ ਦਾ। ਚਲੋ ਆਪਾਂ ਇਸੇ ਗੱਲ ਤੇ ਲਈਏ, ਕੀ ਤੁਹਾਨੂੰ ਲੱਗਦਾ ਕਿ ਜਿਸ ਢੰਗ ਦੇ ਨਾਲ ਇਹ ਧਾਰਾਵਾਂ ਲਾਈਆਂ ਗਈਆਂ ਨੇ, ਲਾਈਟ ਚਾਰਜਿਸ ਲਾਏ ਗਏ ਨੇ, ਠੰਡੀਆਂ ਜਿਵੇਂ ਐਵੇਂ ਕਹਿੰਦੇ ਜਿਵੇਂ ਮਲਾਈ ਪੋਲਿਆ ਜਾਂ ਚੱਲ ਪੁੱਤ, ਜਿਵੇਂ ਜਵਾਕ ਨੂੰ ਬਰਾਬਰ ਹੱਥ ਤੇ ਹੱਥ ਰੱਖ ਕੇ ਥੱਪੜ ਨਹੀਂ ਮਾਰ ਦਿੰਦੇ ਦੂਜੇ ਨੂੰ, ਕਹਿਣ ਨੂੰ ਆਹ ਦੇਖ ਤੇਰਾ ਭਰਾ ਕੁੱਟਤਾ, ਹਾਂਜੀ, ਉਹਨੂੰ ਜਵਾਕ ਨੂੰ ਦੂਜੇ ਨੂੰ ਐਂ ਲੱਗਦਾ ਵੀ ਪਟਾਕੇ ਵਾਹਵਾ ਪਵੇਗੇ ਤੇ ਉਹ ਡਰਾਮੇ ਕਰਨ ਲੱਗ ਪੈਂਦਾ ਤੇ ਛੋਟਾ ਜਵਾਕ ਵਿਰ ਜਾਂਦਾ। ਕਿਤੇ ਇਹ ਕੰਮ ਤਾਂ ਨਹੀਂ ਕੀਤਾ ਕਿ ਲੱਗਦਾ ਤੁਹਾਨੂੰ ਇਹਦੇ ਵਿੱਚ ਕੋਈ ਇੰਪਰੂਵਮੈਂਟ ਹੋਊਗੀ? ਪਰ ਜਿਸ ਢੰਗ ਦੇ ਨਾਲ ਸਿਆਸੀ ਦਖਲਅੰਦਾਜ਼ੀ, ਮੈਂ ਇੱਕ ਹੋਰ ਹੈਰਾਨੀ ਦੀ ਗੱਲ ਕਰਦਾ, ਨਾ ਇਸ ਮਾਮਲੇ ਤੇ ਅਕਾਲੀ ਦਲ ਦਾ ਬਿਆਨ ਆਇਆ, ਨਾ ਕਾਂਗਰਸ ਦਾ ਆਇਆ, ਨਾ ਆਮ ਆਦਮੀ ਪਾਰਟੀ ਦਾ ਆਇਆ, ਨਾ ਕੋਈ 2-2 ਮਿੰਟ ਦੇ ਉੱਤੇ ਲਾਈਵ ਹੋਣ ਵਾਲੇ ਕਿਸੇ ਲੀਡਰ ਦਾ ਬਿਆਨ ਨਹੀਂ ਆਇਆ ਇਸ ਤੇ। ਜੀ ਬਿਲਕੁਲ, ਆਮ ਆਦਮੀ ਪਾਰਟੀ ਹਰਮਿੰਦਰ ਸਿੰਘ ਗਿੱਲ ਦੇ ਤਾਂ ਅਸਤੀਫੇ ਤੇ ਅੜੀ ਹੋਈ ਹੈ ਕਿ ਉਹਨਾਂ ਨੇ ਥਾਣੇਦਾਰ ਨੂੰ ਫੋਨ ਦੇ ਉੱਤੇ
ਤਾੜਿਆ ਹੈ ਕਿ ਉਹ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਣ ਨਹੀਂ ਆਇਆ। ਪਰ ਜਿਹੜਾ ਆਮ ਆਦਮੀ ਦੇ ਗੜ੍ਹ 'ਚ ਸੰਗਰੂਰ 'ਚ ਜਿੱਥੋਂ ਦੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਤੇ ਪ੍ਰਧਾਨ ਸਾਹਿਬ ਨੇ, ਜਿੱਥੋਂ ਦੇ ਤੇ ਜਿੱਥੋਂ ਉਹਨਾਂ ਦੇ ਨੇਤਾ ਵਿਰੋਧੀ ਧਿਰ ਵੀ ਆਲਮੋਸਟ ਇਸੇ ਦਿੜਬਾ ਇਲਾਕੇ ਤੋਂ, ਜਿਹੜਾ ਸ਼ਾਇਦ ਐਮਐਲਏ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਉਸ ਇਲਾਕੇ ਦੇ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਬੇਸ ਹੈ। ਤੇ ਆਮ ਆਦਮੀ ਪਾਰਟੀ ਦੀ ਚੁੱਪੀ ਜਿਹੜੀ ਹੈਗੀ ਆ ਬੜੀ ਜਿਹੜੀ ਘਾਤਕ ਬਣੀ ਹੋਈ ਹੈ। ਤੇ ਦੂਜੀ ਜਿਹੜੀ ਆਪਾਂ ਧਾਰਾਵਾਂ ਦੀ ਗੱਲ ਕਰ ਰਹੇ ਸੀ, ਉਹ ਧਾਰਾ ਤਾਂ ਇਸ ਤਰ੍ਹਾਂ ਹੈ ਜੀ, ਜਿਸ ਤਰ੍ਹਾਂ ਕਿ ਆਪਣੇ ਤੁਹਾਡੇ ਆਲੇ ਦੁਆਲੇ, ਮੇਰੇ ਆਲੇ ਦੁਆਲੇ ਜਿਹੜਾ ਹੈਗਾ ਕਰਫਿਊ ਲੱਗਿਆ ਹੋਇਆ ਜੀ, ਲੋਕਾਂ ਨੂੰ ਜਿਹੜੇ ਡਿਜ਼ਾਸਟਰ ਮੈਨੇਜਮੈਂਟ ਤੇ ਐਪੀਡੈਮਿਕ ਜਿਹੜਾ ਐਕਟ, ਜਿਹੜਾ ਐਪੀਡੈਮਿਕ ਡਿਜ਼ੀਜ਼ ਐਕਟ 1857 ਲਾਗੂ ਹੈ, ਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਲਾਗੂ ਹੈ। ਤਾਂ 188 ਤੇ ਦੂਜੀ ਇਹਨਾਂ ਨੇ ਧਾਰਾ ਲਾਈ ਹੈ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ, ਉਹ ਉਸ ਤੇ ਉਦੋਂ ਹੀ ਲੱਗਦੀ ਹੈ। ਜੇ ਮੈਂ ਆਪਣੇ ਘਰੋਂ ਸਕੂਟਰ ਚੱਕ ਕੇ 500 ਮੀਟਰ ਆਪਣੇ ਘਰ ਤੋਂ ਦੂਰ ਚਲਾ ਜਾਵਾਂ ਤੇ ਮੈਨੂੰ ਰੋਕ ਲੈਣ, ਤਾਂ ਮੇਰੇ ਤੇ ਦੋਵੇਂ ਧਾਰਾ ਬਣਦੀਆਂ ਨੇ ਵੀ ਤੂੰ ਬਾਹਰ ਕਿਵੇਂ ਨਿਕਲਿਆ। ਜੀ 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 ਜੀ, ਇੰਨੇ ਕਾਰਵਾਈ ਤੇ ਵੀ ਇਹ ਧਾਰਾ ਲੱਗ ਜਾਂਦੀਆਂ ਨੇ, ਜਿਹੜੀਆਂ ਐਡੀ ਵੱਡੀ ਕਾਰਵਾਈ ਤੇ ਵੀ ਉਹੀ ਧਾਰਾ ਵਰਤੀਆਂ ਗਈਆਂ ਨੇ। ਜੀ ਜੀ ਜੀ। ਸੋ ਚਲੋ ਵੇਖਦੇ ਆ ਜੀ, ਕੋਈ ਲੀਡਰ ਤਾਂ ਹਜੇ ਤੱਕ ਬੋਲਿਆ ਨਹੀਂ ਗਾ, ਅੱਗੇ ਕੀ ਗੱਲ ਸਿਰੇ ਚੜ੍ਹਦੀ ਹੈ। ਧੰਨਵਾਦ ਨੀਲ ਜੀ ਤੁਹਾਡਾ। ਕੋਈ ਹੋਰ ਕੋਈ ਸਾਂਝੀ ਕਰਨੀ ਚਾਹੁੰਦੇ ਹੋ ਗੱਲਬਾਤ, ਕਿਉਂਕਿ ਬੜੀ ਦੇਰ ਬਾਅਦ ਤੁਸੀਂ ਆਏ ਹੋ, ਸਾਡੇ ਨਾਲ ਜੁੜੇ ਹੋ। ਤੇ ਜੀ ਐਨਆਰਆਈਆਂ ਵਾਸਤੇ ਹੈ ਕਿ ਜਿਹੜੀਆਂ 64 ਫਲਾਈਟ 7 ਤਰੀਕ ਤੋਂ ਸ਼ੁਰੂ ਹੋਣੀਆਂ, ਤੇ ਉਹਨਾਂ ਦੀ ਡਿਟੇਲ ਆ ਗਈ ਹੈ, ਤੇ ਉਹ ਮੈਂ ਤੁਹਾਨੂੰ ਵੀ ਭੇਜ ਦਾਂਗਾ, ਤੇ ਤੁਸੀਂ ਆਪਣੇ ਪੇਜ ਤੇ ਸਾਂਝੀ ਕਰ ਲਿਓ ਕਿ ਕਿਹੜੀ ਫਲਾਈਟ ਕਿਹੜੇ ਦਿਨ ਕਿੱਥੋਂ ਉੱਡਣੀ ਹੈ, ਕਿੰਨਾ ਉਹਦਾ ਕਿਰਾਇਆ ਹੈ। ਤੇ ਜਿਵੇਂ ਸ਼ਿਕਾਗੋ ਤੋਂ ਹੈਦਰਾਬਾਦ ਤੱਕ 1 ਲੱਖ ਰੁਪਇਆ ਕਿਰਾਇਆ ਉਹਦਾ। ਤੇ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਦੇਸ਼ਾਂ ਦੀ ਸਾਰੀ 64 ਫਲਾਈਟਾਂ ਦੀ ਡਿਟੇਲ ਦੇਤੀ ਦੀ ਹੈ ਇਹਨੇ ਏਵੀਏਸ਼ਨ ਮਿਨਿਸਟਰੀ ਨੇ। ਤੇ ਉਹ ਮੇਰੇ ਖਿਆਲ ਚ ਲਾਹੇਬੰਦੀ ਹੋਏਗੀ। ਤੇ 14,000 ਬੰਦਾ ਇਹਨਾਂ ਨੇ ਰਜਿਸਟਰ ਹੋ ਚੁੱਕਾ, ਸੈਲਫ ਰਜਿਸਟ੍ਰੇਸ਼ਨ ਜਿਹਨੇ ਕਰਾਈ ਆ ਪੰਜਾਬ ਸਰਕਾਰ ਦੇ, ਭਾਰਤ ਸਰਕਾਰ ਦੇ ਜਿਹੜਾ ਉਹਦੇ ਪੋਰਟਲ ਤੇ ਜਾ ਕੇ, ਤੇ ਧੜਾ ਹੋਰ ਵੀ ਜਾਰੀ ਹੈ। ਤੇ ਇਹਨਾਂ ਨੇ ਕੱਲ 7 ਮਈ ਤੋਂ ਸ਼ੁਰੂ ਕਰਨਾ ਆਪਰੇਸ਼ਨ ਇਹ ਲੈ ਕੇ ਆਉਣ ਦਾ। ਤੇ ਇਹ 64 ਫਲਾਈਟਾਂ ਰਾਹੀਂ ਲੈ ਕੇ ਆਉਣੇ ਨੇ, ਤੇ ਇਹਦਾ ਜ਼ਰੂਰ ਖਿਆਲ ਰੱਖਣ ਜਿਹੜੇ ਬੰਦੇ ਉਧਰੋਂ ਲੈ ਕੇ ਆਉਣੇ, ਜਿਹੜੇ ਅਮਰੀਕਾ ਕੈਨੇਡਾ ਤੋਂ ਲੈ ਕੇ ਆਉਣੇ। ਹਾਂ, ਸਾਰੇ ਤੋਂ 64 ਫਲਾਈਟਾਂ ਨੇ ਜੀ, ਕਿ ਕਿੰਨੇ 82 ਕੇ ਕਿੰਨੇ ਮੁਲਕ ਨੇ ਜਿਹੜੇ ਹੁਣ ਤੱਕ ਔਨ ਰਿਕਾਰਡ ਆ ਚੁੱਕੇ ਨੇ। ਅੱਛਾ, ਤੇ ਜਿਹੜੇ ਇੱਧਰ ਫਸੇ ਹੋਏ ਆ ਉਹਨਾਂ ਬਾਰੇ ਕੋਈ ਨਹੀਂ ਹਜੇ ਤੱਕ ਹੈ ਜੀ? ਉਹਨਾਂ ਬਾਰੇ ਜੀ ਉਹਨਾਂ ਦੀ ਕੰਟਰੀਆਂ ਨੇ ਫੈਸਲਾ ਕਰਨਾ ਹੈ। ਅੱਛਾ, ਇਹ ਉਹਨਾਂ ਦੀਆਂ ਕੰਟਰੀਆਂ ਨੇ ਫੈਸਲਾ ਕਰਨਾ। ਹਾਂ, ਪਰ ਇਸ 'ਚ ਇੱਕ ਚੀਜ਼ ਜ਼ਰੂਰ ਧਿਆਨ ਰੱਖ ਲੈਣ, ਇਸ 'ਚ ਇੱਕ ਤਾਂ ਖਰਚਾ ਉਹਨਾਂ ਦਾ ਹੋਏਗਾ, ਨੰਬਰ 1 ਜੀ। ਦੂਜਾ, ਉਹਨਾਂ ਤੋਂ ਅੰਡਰਟੇਕਿੰਗ ਦੇਣੀ ਹੋਏਗੀ ਉਹਨਾਂ ਨੂੰ ਕਿ ਉਹ ਇੰਡੀਆ ਆਉਂਦੇ ਸਾਰ ਉਹਨਾਂ ਦਾ ਟੈਸਟ ਹੋਏਗਾ ਤੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਏਗਾ ਜੀ। ਇਹ ਅੰਡਰਟੇਕਿੰਗ ਜੋ ਦੇਣਗੇ ਤਾਂ ਉਹਨਾਂ ਨੂੰ ਲਿਆਂਦਾ ਜਾਏਗਾ, ਇੰਡੀਆ 'ਚ ਨਹੀਂ। ਇਹ ਲਾਜ਼ਮੀ ਹੈ। ਜੀ ਜੀ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਸ਼ੁਕਰੀਆ ਜੀ, ਸ਼ੁਕਰੀਆ। ਸੋ ਕਹਿੰਦੇ ਨਾ, ਮੂਸੇ ਵਾਲੇ ਮਾਮਲੇ 'ਚ ਤਾਂ ਇਹ ਗੱਲ ਹੋ ਗਈ, ਮਾਰਿਆ ਡਾਕਾ ਪਰ ਕੇਸ ਬੱਕਰੀ ਚੁੰਘਣ ਦਾ ਬਣ ਗਿਆ। ਉਹ ਤਾਂ ਕਹਾਣੀ ਪੁੱਠੀ ਸੀ ਨਾ, ਚੁੰਗੀ ਬੱਕਰੀ ਬਣਾਤਾ ਡਾਕਾ, ਪਰ ਇੱਥੇ ਗੱਲ ਉਲਟ ਕਰ ਗਿਆ। ਕਿਤੇ ਇਹ ਗੱਲ ਹੋ ਗਈ ਕਿ ਮਾਰਿਆ ਡਾਕਾ ਤੇ ਚੁੰਗੀ ਬੱਕਰੀ ਦਾ ਕੇਸ ਬਣਾਤਾ। ਸੋ ਵੇਖਦੇ ਹਾਂ ਜੀ ਕਿੱਥੋਂ ਤੱਕ ਗੱਲ ਜਾਂਦੀ ਹੈ। ਲਗਾਤਾਰ ਇਸ ਕੇਸ ਦੇ ਉੱਤੇ ਫਾਲੋ ਅਪ ਰੱਖਾਂਗੇ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ